ਕਰਕੇ ਸਟੂਡੈਂਟਸ ਔਰ ਉਹਨਾਂ ਦੇ ਪੇਰੈਂਟਸ ਲਈ ਇਹੀ ਜ਼ਰੂਰੀ ਹੈ ਕਿ ਉਹ ਆਪਣੇ ਬੱਚੇ ਦੀ ਕਾਬਲੀਅਤ ਨੂੰ ਪਹਿਚਾਣਦੇ ਹੋਏ ਡਿਸੀਜਨ ਲੈਣ। ਕਈ ਪਰਿਵਾਰ ਹੈਗੇ ਨੇ ਬਿਨਾਂ ਵੈਰੀਫਾਈ ਕੀਤੇ ਬੈਕਗਰਾਉਂਡ ਚੈੱਕ ਕੀਤੇ ਆਪਣੀ ਕੁੜੀਆਂ ਵਿਆਹ ਦਿੰਦੇ ਨੇ ਬਾਹਰ ਮੁੰਡਿਆਂ ਨਾਲ। ਲਾਲਚ ਜਿਹੜਾ ਹੈਗਾ ਦੋਵੇਂ ਮੁੰਡੇ ਦੇ ਘਰ ਵਾਲਿਆਂ ਨੂੰ ਵੀ ਹੁੰਦਾ ਤੇ ਕੁੜੀ ਦੇ ਨੂੰ ਵੀ ਹੁੰਦਾ। ਸਾਡਾ ਮੁੰਡਾ ਬਾਹਰ ਸੈੱਟ ਕਰਦੇ ਪਹਿਲੇ ਚੱਲ ਜਾਵੇ ਤੇ ਬਾਹਰ ਜੋ ਜਾਂਦੀ ਆ 12-12 ਘੰਟੇ ਕੰਮ ਕਰਨਾ ਪੈਂਦਾ ਸਾਰਾ। ਅਗਲੇ ਗੱਲ ਕਰਨ ਦਾ ਟਾਈਮ ਨਹੀਂ ਦਿਨ ਰਾਤ ਦਾ ਫਰਕ ਪੈਂਦਾ। ਬਾਅਦ ਦੇ ਵਿੱਚ ਇੱਥੇ ਪਿੱਟ ਸਿਆਪਾ ਪੈਂਦੇ ਆ। ਇਹ ਵੀ ਕਹਿਣਾ ਗਲਤ ਹੈ ਕਿ ਵੀ ਉਹ ਬੰਦਾ ਜਾਣ ਕੇ ਤੁਹਾਨੂੰ ਇੰਡੀਆ ਵਾਲਿਆਂ ਨੂੰ ਅਵੋਇਡ ਕਰਦਾ ਗੱਲ ਕਰਨ ਤੋਂ। ਗੱਡੀਆਂ ਦੇ ਅੱਗੇ ਲਗਜ਼ਰੀ ਗੱਡੀਆਂ ਦੇ ਅੱਗੇ ਭਾਵੇਂ ਉਹ ਟੈਕਸੀਆਂ ਵੀ ਹੋਣ ਉਹਨਾਂ ਦੇ ਨੰਬਰ ਪਲੇਟਸ ਦੇ ਅੱਗੇ ਖੜੇ ਹੋ ਕੇ ਫੋਟੋਆਂ ਖਿਚਾ ਲੈਂਦੇ ਨੇ। ਵੱਡੀ ਕੰਪਨੀਆਂ ਦੇ ਬਾਹਰ ਖੜੇ ਹੋ ਕੇ ਫੋਟੋਆਂ ਖਿਚਾਉਂਦੇ ਨੇ ਕਿ ਉਹ ਬਾਅਦ ਚੋਂ ਕਲੇਮ ਕਰਦੇ ਆ ਕਿ ਜੀ ਆਹ ਸਾਡੇ ਕੋਲ ਗੱਡੀਆਂ ਆਹ ਸਾਡੀ ਕੰਪਨੀਆਂ ਜਿੱਥੇ ਅਸੀਂ ਕੰਮ ਕਰਦੇ ਹਾਂ ਅਸੀਂ ਇਸ ਮੈਨੇਜਰ ਲੈਵਲ ਤੇ CEO ਲੈਵਲ ਤੇ ਹੈਗੇ ਆ। ਬਟ ਉਹ ਝੂਠ ਨਿਕਲਦਾ ਬਾਅਦ ਦੇ ਵਿੱਚ। ਜਾਂ ਸਾਡਾ ਮੁੰਡਾ ਜਾਂ ਲੜਕੀ ਉੱਥੇ ਬਹੁਤ ਵਧੀਆ ਕਰ ਰਹੀ ਹੈ ਅਸੀਂ ਉਹਨਾਂ ਨੂੰ ਫੰਡ ਕਰਦੇ ਰਹਿੰਦੇ ਹਾਂ ਆਪਣੀ ਸਟੇਟਸ ਤੋਂ ਬਾਹਰ ਹੋ ਕੇ, ਜਿਹਦੇ ਕਰਕੇ ਅਸੀਂ ਲੋਨ ਲੈਂਦੇ ਹਾਂ। ਬਾਅਦ ਚੋਂ ਅਸੀਂ ਤੰਗ ਹੁੰਦੇ ਹਾਂ। ਸਿਰਫ ਦੁਨੀਆ ਨੂੰ ਖੁਸ਼ ਕਰਨ ਵਾਸਤੇ ਅਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਵਿਗਾੜਦੇ ਵੀ ਹਾਂ ਤੇ ਤੰਗ ਵੀ ਕਰਦੇ ਹਾਂ। ਕੁਝ ਜਿਹੜੇ ਲਾਲਚੀ ਆ ਜਿਹੜੇ ਅੱਜ ਕੱਲ੍ਹ ਚੱਲਦਾ ਪਿਆ ਟ੍ਰੈਂਡ, ਹੁਣ ਤੁਸੀਂ ਆਪਾਂ ਸਾਰਿਆਂ ਨੂੰ NRIs ਨੂੰ ਗਲਤ ਨਹੀਂ ਕਹਿ ਸਕਦੇ। ਕਿਸੇ ਵੀ ਬਾਹਰੋਂ ਆਏ NRI ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ ਚਾਹੇ ਉਹਦਾ ਪਰਿਵਾਰ ਹੈ, ਉਹਨਾਂ ਦੀ ਕਿਸੇ ਸਿਰਫ ਇੱਕ ਵਿਚੋਲੇ ਦੇ ਕਹਿਣ 'ਤੇ ਜਾਂ ਆਪਣੇ ਰਿਸ਼ਤੇਦਾਰ ਦੇ ਕਹਿਣ 'ਤੇ ਵਿਸ਼ਵਾਸ ਕਰਨ 'ਤੇ ਉਹਨਾਂ ਨਾਲ ਵਿਆਹ ਨਾ ਜਲਦੀ ਤੋਂ ਜਲਦੀ ਕੀਤਾ ਜਾਵੇ। ਇੰਡੀਆ ਦੇ ਵਿੱਚ ਕੀ ਓਪਰਚੁਨਿਟੀਜ਼ ਪੈਦਾ ਕੀਤੀਆਂ ਗਈਆਂ ਨੇ ਬਾਹਰਲੇ ਦੇਸ਼ਾਂ ਨੂੰ ਪ੍ਰੈਫਰ ਕਰਨ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਸੌਰਵ ਮੜੀਆ, Act 19 ਨਿਊਜ਼ TV ਲੈ ਕੇ ਅੱਜ ਇੱਕ ਬਹੁਤ ਵੱਡਾ ਇਸ਼ੂ ਇਹ ਕਿ ਵਿਦੇਸ਼ਾਂ ਵਿੱਚ ਪੜ੍ਹਾਈ ਤੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਮੈਰਿਜ ਹੋ ਰਹੀਆਂ ਵਿਆਹ ਹੋ ਰਹੇ ਨੇ, ਇਹਦਾ ਯੂਥ ਉੱਪਰ ਕੀ ਅਸਰ ਹੋ ਰਿਹਾ ਔਰ ਪਰਿਵਾਰਾਂ 'ਤੇ ਕੀ ਅਸਰ ਹੋ ਰਿਹਾ ਔਰ ਇਹਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਵਿਸਤਾਰਪੂਰਵਕ। 21 ਸਾਲ ਤੋਂ ਅਲੱਗ-ਅਲੱਗ ਰਾਜਾਂ ਨੂੰ ਇੰਡੀਆ ਦੇ CM PM ਤੇ ਫੋਰਨ ਕੰਟਰੀਆਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਾਂ ਨੂੰ ਸੁਝਾਅ ਦੇਣ ਵਾਲੇ ਸਾਡੇ ਨਾਲ ਮਨਪ੍ਰੀਤ ਸਿੰਘ ਵਾਲੀਆ ਜੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਪਹਿਲੀ ਗੱਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੀਮਤੀ ਸਮਾਂ ਕੱਢਿਆ। ਮੇਰੇ ਵਾਸਤੇ ਵੀ ਜੀ ਰਿਸਪੈਕਟ ਹੈਗੀ ਹੈ ਜੀ, ਤੁਸੀਂ ਮੈਨੂੰ ਸੁਣਨ ਵਾਸਤੇ ਆਪਣਾ ਟਾਈਮ ਕੱਢਿਆ ਜੀ। ਸਰ ਇਹ ਬਹੁਤ ਵੱਡਾ ਇੱਕ ਇਸ਼ੂ ਹੈਗਾ ਕਿ ਵਿਦੇਸ਼ਾਂ ਵਿੱਚ ਸਟੱਡੀ ਕਰੋ, ਵਿਆਹ ਕਰੋ, ਬਾਅਦ ਵਿੱਚ ਪਰਿਵਾਰ ਇਸ ਟਾਈਮ ਟੈਨਸ਼ਨਾਂ ਦੇ ਵਿੱਚ ਆ ਜਾਂਦੇ ਆ, ਕਈ ਸੁਸਾਈਡ ਕਰ ਲੈਂਦੇ ਆ। ਵਿਆਖਿਆ ਕੀ ਕਹਿਣਾ ਚਾਹੁੰਦੇ ਸੀ? ਦੇਖੋ ਇਹ ਡਿਪੈਂਡ ਕਰਦਾ ਹੈਗਾ ਕਿ ਪਹਿਲਾਂ ਆਪਾਂ ਸਟੂਡੈਂਟਸ ਦੀ ਗੱਲ ਕਰਦੇ ਹਾਂ ਕਿ ਸਟੂਡੈਂਟਸ ਦਾ ਮੈਂਟਲ ਲੈਵਲ ਕੀ ਹੈ, ਉਹਨਾਂ ਦੇ ਇੰਡੀਵਿਜੂਅਲ ਸਕਿੱਲਸ ਕੀ ਹੈ, ਉਹਨਾਂ ਦਾ ਰੁਝੇਵਾਂ ਕੀ ਹੈ, ਉਹਦੇ ਬਿਹਾਫ ਦੇ ਉੱਤੇ ਉਹ ਕਿਹੜਾ ਸਟਰੀਮ ਚੁਣਦੇ ਨੇ ਕਿ ਜਿਹੜੇ ਕਿ ਬਾਹਰ ਦੇਸ਼ਾਂ ਦੇ ਵਿੱਚ ਉਹ ਰੈਕਗਨਾਈਜ਼ ਨੇ। ਜੇ ਤਾਂ ਉਹ ਦੇਸ਼ਾਂ ਦੇ ਵਿੱਚ ਜਿਨ੍ਹਾਂ ਨੂੰ ਮਾਨਤਾ ਮਿਲਦੀ ਹੈ, ਇੰਪੋਰਟੈਂਸ ਮਿਲਦੀ ਹੈ ਸਕਿੱਲਸ ਨੂੰ, ਉਹ ਇੱਥੋਂ ਤਿਆਰੀ ਕਰਕੇ ਜਾਣਾ, ਆਪਣਾ ਮਨ ਬਣਾ ਕੇ ਜਾਣ ਤਾਂ ਉਹ ਸਫਲ ਹੁੰਦੇ ਨੇ। ਔਰ ਇਹ ਚੀਜ਼ ਹਰ ਕਿਸੇ ਵਾਸਤੇ ਪੋਸੀਬਲ ਨਹੀਂ ਹੈ ਕਿ ਜਿਨ੍ਹਾਂ ਦੇ ਵੱਖਰੇ ਰੁਝੇਵੇਂ ਹੈ ਕਿ ਉਹ ਹਰ ਕੋਈ ਉੱਥੇ ਜਾ ਕੇ ਸਕਸੈਸਫੁਲੀ ਹੋਵੇ। ਸੋ ਇਸ ਕਰਕੇ ਸਟੂਡੈਂਟਸ ਔਰ ਉਹਨਾਂ ਦੇ ਪੇਰੈਂਟਸ ਲਈ ਇਹੀ ਜ਼ਰੂਰੀ ਹੈ ਕਿ ਉਹ ਆਪਣੇ ਬੱਚੇ ਦੀ ਕਾਬਲੀਅਤ ਨੂੰ ਪਹਿਚਾਣਦੇ ਹੋਏ ਡਿਸੀਜਨ ਲੈਣ ਕਿ ਉਹ ਬਾਹਰ ਸਕਸੈਸਫੁਲ ਹੋਣਗੇ ਕਰੀਅਰ ਵਿੱਚ ਕਿ ਆਪਣੇ ਦੇਸ਼ ਦੇ ਵਿੱਚ ਹੀ। ਇੱਕ ਵੇਲਾ ਸੀਗਾ ਕਿ ਮੁੰਡਾ ਬਾਹਰੋਂ ਆਉਂਦਾ ਸੀਗਾ, ਕੁੜੀ ਨਾਲ ਵਿਆਹ ਕਰਾ ਦਿੰਦਾ ਸੀਗਾ ਅਤੇ ਬਾਹਰ ਚੱਲ ਜਾਂਦਾ ਸੀਗਾ ਅਤੇ ਬਾਅਦ ਵਿੱਚੋਂ ਕੁੜੀ ਇੱਥੇ ਹੀ ਰਹਿ ਜਾਂਦੀ, ਪਰੇਸ਼ਾਨੀਆਂ, ਫਿਰ ਤਲਾਕ ਵੀ ਨਹੀਂ ਹੁੰਦੇ ਸੀਗੇ, ਸੁਸਾਈਡ ਹੋ ਜਾਂਦੇ ਸੀਗੇ। ਹੁਣ ਉਲਟਾ ਜ਼ਮਾਨਾ ਆ ਗਿਆ ਕਿ ਹੁਣ ਗਰੀਬ ਘਰਾਂ ਦੀਆਂ ਕੁੜੀਆਂ ਆਈਲੈਟਸ ਕਰਦੀਆਂ, ਜੋ ਵੀ ਸਟੱਡੀ ਕਰਦੀਆਂ ਅਤੇ ਬਾਹਰ ਜਾਂਦੀਆਂ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਪਰ ਕੁਛ ਬਾਅਦ ਵਿੱਚ ਇੱਥੇ ਆ ਕੇ ਕੋਈ ਜਿਹੜੇ ਮੁੰਡੇ ਆ ਪਛਤਾ ਰਹੇ ਨੇ ਕਿ ਸਾਨੂੰ ਛੱਡ ਗਈ, ਸਾਡਾ ਪੈਸਾ ਡੁੱਬ ਗਿਆ। ਦੇਖੋ ਇਹ ਤੁਸੀਂ ਕਿਸੇ ਇੱਕ ਜੈਂਡਰ ਨੂੰ ਨਹੀਂ ਦੋਸ਼ ਦੇ ਸਕਦੇ, ਇਹ ਯੂਨੀਵਰਸਲ ਫੈਕਟ ਹੈਗਾ ਔਰ ਹਰ ਕੋਈ ਮਾੜਾ ਨਹੀਂ ਹੁੰਦਾ ਔਰ ਉੱਦਾਂ ਹੀ ਹੈ ਕਿ ਵੀ ਹਰ ਕੋਈ ਚੰਗਾ ਨਹੀਂ ਹੁੰਦਾ। ਇਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਕਰੈਕਟਰ ਦੇ ਬੰਦੇ, ਹਰ ਤਰ੍ਹਾਂ ਦੇ ਕਰੈਕਟਰ ਦੇ ਬੰਦੇ ਆਪਾਂ ਨੂੰ ਮਿਲਣਗੇ ਦੁਨੀਆ ਦੇ ਵਿੱਚ। ਸੋ ਇਹ ਤੁਹਾਡੀ ਗੱਲ ਠੀਕ ਹੈਗੀ ਹੈ ਕਿ ਸ਼ੁਰੂ 'ਚ ਪਹਿਲਾਂ ਦੇਖਿਆ ਜਾ ਰਿਹਾ ਸੀਗਾ ਕਿ ਗਰੀਬ ਘਰ ਦੀਆਂ ਕੁੜੀਆਂ ਜਾਂ ਭਾਵੇਂ ਅਮੀਰ ਘਰ ਦੀਆਂ ਵੀ ਕੁੜੀਆਂ ਹੈਗੀਆਂ ਜਾਂ ਮਿਡਲ ਕਲਾਸ ਦੀਆਂ ਕੁੜੀਆਂ, ਉਹਨਾਂ ਦੇ ਪੇਰੈਂਟਸ ਚਾਹੁੰਦੇ ਆ ਕਿ ਬਈ ਸਾਡੀ ਜਿਹੜੀ ਬੱਚੀ ਆ ਉਹ ਚੰਗੇ ਘਰ ਵਸ ਜਾਵੇ। ਅਤੇ ਇਹ ਇੱਕ ਮਿਥ ਹੈਗਾ ਕਿ ਜਿਹੜੇ NRIs ਨੇ ਉਹ ਜਿਹੜਾ ਵੀ ਕੋਈ ਬਾਹਰੋਂ ਆਇਆ, ਭਾਵੇਂ PR ਹੈ ਭਾਵੇਂ ਕੋਈ ਵੀ ਵਰਕਿੰਗ ਹੈ, ਅਤੇ ਉਹ ਉੱਥੇ ਜਾ ਕੇ ਵੈਲ ਸੈਟਲਡ ਹੈ ਫੈਮਿਲੀ ਜਾਂ ਉਹ ਇੰਡੀਵਿਜੂਅਲ ਜਿਹੜਾ ਲੜਕਾ ਹੈ, ਅਤੇ ਇਸ ਕਰਕੇ ਆਪਣਾ ਕੁੜੀਆਂ ਦਾ ਭਲਾ ਸੋਚਣ ਵਾਸਤੇ ਉਹ ਭੇਜ ਦਿੰਦੇ ਹੈਗੇ ਸੀ। ਸ਼ੁਰੂ ਦੇ ਵਿੱਚ ਟ੍ਰੈਂਡ ਜਿਹੜਾ ਚੱਲਿਆ, ਅਤੇ ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਸੀ ਜਿਹੜੇ ਗਲਤ ਲੜਕੇ ਹੁੰਦੇ ਸੀਗੇ ਅਤੇ ਉਹ ਉੱਥੇ ਕਿਉਂਕਿ ਬਿਨਾਂ ਵੈਰੀਫਿਕੇਸ਼ਨ ਤੋਂ ਭੇਜਿਆ ਜਾਂਦਾ ਸੀ ਕੁੜੀਆਂ ਨੂੰ। ਔਰ ਹੁਣ ਵੀ ਅੱਜ ਕੱਲ੍ਹ ਕਈ ਪਰਿਵਾਰ ਹੈਗੇ ਨੇ ਬਿਨਾਂ ਵੈਰੀਫਾਈ ਕੀਤੇ ਬੈਕਗਰਾਉਂਡ ਚੈੱਕ ਕੀਤੇ ਆਪਣੀ ਕੁੜੀਆਂ ਵਿਆਹ ਦਿੰਦੇ ਨੇ ਬਾਹਰ ਮੁੰਡਿਆਂ ਨਾਲ। ਕਈ ਉਹਦਾ ਰੀਜ਼ਨ ਹੁੰਦਾ ਕਿ ਵਿਚੋਲੇ ਵਿੱਚ ਪੈ ਜਾਂਦੇ ਨੇ, ਉਹਨਾਂ ਦੇ ਉੱਤੇ ਟਰਸਟ ਕਰਕੇ ਉਹ ਬਾਹਰ ਭੇਜ ਦਿੰਦੇ, ਬਟ ਉੱਥੇ ਜਾ ਕੇ ਧੋਖਾ ਮਿਲ ਜਾਂਦਾ। ਇਸ ਕਰਕੇ ਕੁੜੀਆਂ ਵਾਸਤੇ ਇਹ ਜ਼ਿਆਦਾ ਡੇਂਜਰਸ ਹੋ ਜਾਂਦਾ ਹੈ ਕਿ ਬਈ ਬਿਨਾਂ ਵੈਰੀਫਿਕੇਸ਼ਨ ਦੇ ਜਦੋਂ ਜਾਂਦੀਆਂ
ਤੇ ਉੱਥੇ ਜਾ ਕੇ ਫਿਰ ਸਫ਼ਰ ਕਰਦੀਆਂ। ਇੱਦਾਂ ਹੀ ਮੁੰਡਿਆਂ ਦਾ ਵੀ ਹੈ, ਲਾਲਚ ਜਿਹੜਾ ਹੈਗਾ ਦੋਵੇਂ ਮੁੰਡੇ ਦੇ ਘਰ ਵਾਲਿਆਂ ਨੂੰ ਵੀ ਹੁੰਦਾ ਤੇ ਕੁੜੀ ਦੇ ਨੂੰ ਵੀ ਹੁੰਦਾ। ਤੇ ਮੁੰਡਿਆਂ ਵਾਂਗ ਕੁੜੀਆਂ ਵੀ ਕਈ ਉੱਥੇ ਕਾਫੀ ਸਾਲਾਂ ਤੋਂ ਪਹਿਲਾਂ ਗਈਆਂ ਹੋਈਆਂ, ਸੈਟਲ ਹੋਈਆਂ ਜਾਂ ਕਿ ਨਹੀਂ ਹੋਈਆਂ, ਬਿਨਾਂ ਵੈਰੀਫਾਈ ਕੀਤੇ ਪਰਿਵਾਰ ਵਿਆਹ ਦਿੰਦੇ ਆ ਬਾਹਰਲੀਆਂ ਕੁੜੀਆਂ ਨਾਲ ਵੀ। ਤੇ ਜਦੋਂ ਉੱਥੇ ਜਾ ਕੇ ਪਤਾ ਚੱਲਦਾ ਕਿ ਹਕੀਕਤ ਹੀ ਕੁਝ ਹੋਰ ਹੈ ਤੇ ਮੁੰਡੇ ਵੀ ਫਿਰ ਸਫ਼ਰ ਕਰਦੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇੱਕ ਵਿਦੇਸ਼ੀ ਪੜ੍ਹਾਈ ਦੀ ਜਿਹੜੀ ਆ ਪਾਲਿਸੀ ਚੱਲੀ, ਟ੍ਰੈਂਡ ਚੱਲਿਆ, ਇਹਨੇ ਦਾਜ ਪ੍ਰਥਾ ਤੇ ਜਾਤਵਾਦ ਵੀ ਖਤਮ ਕਰਤੀ ਆ? ਉਹ ਕਹਿੰਦੇ ਕੁੜੀ ਨੇ ਆਈਲੈਟਸ ਕੀਤੀ, ਬਸ ਲੈ ਜਾਓ, ਸਾਡਾ ਅਸੀਂ ਇੰਨੇ ਲੱਖਾਂ ਰੁਪਏ ਦੇ ਦਿੰਦੇ ਕੁੜੀ ਨੂੰ, ਸਾਡਾ ਮੁੰਡਾ ਬਾਹਰ ਸੈੱਟ ਕਰਦੇ ਪਹਿਲੇ ਚੱਲ ਜਾਵੇ। ਤੇ ਬਾਅਦ ਜੋ ਜਾਂਦੀ ਆ 12-12 ਘੰਟੇ ਕੰਮ ਕਰਨਾ ਪੈਂਦਾ ਸਾਰਾ, ਅਗਲੇ ਗੱਲ ਕਰਨ ਦਾ ਟਾਈਮ ਨਹੀਂ ਦਿਨ ਰਾਤ ਦਾ ਫਰਕ ਪੈਂਦਾ, ਬਾਅਦ ਦੇ ਵਿੱਚ ਇੱਥੇ ਪਿੱਟ ਸਿਆਪਾ ਪੈਂਦੇ ਆ। ਦੇਖੋ ਜਿਹੜਾ ਆਪਣੇ ਇੰਡੀਆ ਦਾ ਮਾਹੌਲ ਹੈ ਔਰ ਬਾਹਰਲੇ ਦੇਸ਼ਾਂ ਦਾ ਮਾਹੌਲ ਹੈ ਬਿਲਕੁਲ ਵੱਖਰਾ, ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਤਾਂ ਟਾਈਮ ਦਾ ਫ਼ਰਕ ਹੈ, ਦੂਸਰਾ ਮਿਹਨਤ ਕਰਨ ਦੇ ਲੈਵਲ ਦਾ ਫ਼ਰਕ ਹੈ, ਪੜ੍ਹਾਈਆਂ ਦਾ ਫ਼ਰਕ ਹੈ। ਹੁਣ ਇੱਥੇ ਅਸੀਂ ਆਪਣੇ ਦੇਸ਼ ਦੇ ਵਿੱਚ, ਭਾਵੇਂ ਇੰਡੀਆ ਹੈ ਭਾਵੇਂ ਕੋਈ ਵੀ ਹੈ, ਜਿਹੜਾ ਆਪਣਾ ਦੇਸ਼ ਹੈ, ਉੱਥੇ ਆਪਾਂ 1-2 ਦਿਨ ਨਾ ਕੰਮ ਕਰੀਏ, ਮੋਰਲ ਸਪੋਰਟ ਨਾਲ, ਸੋਸ਼ਲ ਸਪੋਰਟ ਨਾਲ ਸਾਡਾ ਮਹੀਨਾ ਲੰਘ ਜਾਂਦਾ, ਆਪਣਾ ਰੋਟੀ ਪਾਣੀ ਦਾਲ ਫੁਲਕਾ ਚੱਲਦਾ। ਪਰ ਬਾਹਰ ਇੱਦਾਂ ਨਹੀਂ ਹੈਗਾ। ਬਾਹਰ ਜਿੱਦਾਂ ਫੋਰ ਐਗਜ਼ਾਮਪਲ ਕੋਈ ਵੀ ਕੰਟਰੀ ਹੈ, ਕੈਨੇਡਾ ਹੈ, US ਹੈ ਜਾਂ ਆਸਟ੍ਰੇਲੀਆ ਹੈ, ਉਹਨਾਂ ਦੀ ਕਰੰਸੀ ਜਿਹੜੀ ਹੈਗੀ ਹੈ ਇੱਥੇ ਨਾਲੋਂ ਕੋਸਟਲੀਅਰ ਹੈ। ਤੇ ਉੱਥੇ ਜਾ ਕੇ ਜਦੋਂ ਆਪਾਂ ਕੰਮ ਕਰਦੇ ਹਾਂ, ਸਾਨੂੰ ਆਪਣੇ ਦੇਸ਼ ਦੇ ਵਿੱਚ ਤਾਂ ਮਹੀਨੇ ਦੇ ਬਿਹਾਫ ਤੇ ਸੈਲਰੀ ਮਿਲਦੀ ਹੈ, ਜਿਹੜੇ ਬਾਹਰਲੇ ਦੇਸ਼ਾਂ ਉੱਥੇ ਘੰਟਿਆਂ ਦੇ ਹਿਸਾਬ ਬਿਹਾਫ ਦੇ ਉੱਤੇ ਸੈਲਰੀ ਮਿਲਦੀ ਹੈ। ਤੇ ਇਸ ਕਰਕੇ ਉੱਥੇ ਮਿਹਨਤ ਕਰਨ ਦੀ ਜ਼ਿਆਦਾ ਲੋੜ ਪੈਂਦੀ। ਆਪਣੇ ਦੇਸ਼ 'ਚ ਅਸੀਂ ਇੱਥੇ 8 ਘੰਟੇ ਕੰਮ ਕਰਦੇ ਹਾਂ, ਭਾਵੇਂ ਸਰਕਾਰੀ ਨੌਕਰੀ ਹੈ ਭਾਵੇਂ ਪ੍ਰਾਈਵੇਟ ਨੌਕਰੀ ਹੈ। ਤੇ ਬਿਜ਼ਨਸ ਦੇ ਵਿੱਚ ਅਸੀਂ ਆਪਣੇ ਆਪ ਮਾਲਕ ਹੁੰਦੇ ਹਾਂ, ਕਦੀ ਕੰਮ ਕੀਤਾ ਕਦੀ ਨਹੀਂ ਕੀਤਾ। ਬਾਹਰ ਜਾ ਕੇ ਜਿਹੜਾ ਹੈ ਕੋਈ ਵੀ ਯੂਥ ਹੈ, ਭਾਵੇਂ ਲੜਕੀ ਹੈ ਭਾਵੇਂ ਲੜਕਾ ਹੈ ਜਾਂ ਕੋਈ ਪ੍ਰੋਫੈਸ਼ਨਲ ਹੈਗਾ, ਉਹਨੂੰ ਉੱਥੇ ਘੰਟਿਆਂ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ, ਜਿਹਦੇ ਵਿੱਚ ਤੁਹਾਡੀ ਗੱਲ ਠੀਕ ਹੈ 8 ਘੰਟੇ ਤੋਂ ਲੈ ਕੇ ਕਈ ਵਾਰੀ 12 ਘੰਟੇ, ਕਈ ਵਾਰੀ 24 ਘੰਟੇ ਵੀ ਹੋ ਜਾਂਦੇ ਆ। ਤੇ ਜਿਹੜੇ ਮੁੰਡੇ ਕੁੜੀਆਂ ਜਾਂ ਗਰੂਮ ਹੈ ਜਾਂ ਬਰਾਈਡ ਹੈ, ਦੋਵਾਂ ਵਿੱਚੋਂ ਜਿਹੜਾ ਵੀ ਉੱਥੇ ਪਹਿਲਾਂ ਚਲਾ ਗਿਆ, ਉਹਨੂੰ ਆਪਣੀ ਉੱਥੇ ਮਿਹਨਤ ਦੇਖਣੀ ਪੈਣੀ ਹੈ, ਨਾ ਕਿ ਪਰਸਨਲ ਰਿਲੇਸ਼ਨਸ। ਹੋ ਸਕਦਾ ਕਿ ਕੋਈ ਬੰਦਾ ਉੱਥੇ ਗਿਆ, ਉਹਨੂੰ ਪੂਰਾ ਦਿਨ ਗੱਲ ਕਰਨ ਦਾ ਟਾਈਮ ਨਾ ਮਿਲੇ। ਸੋ ਇਹ ਵੀ ਕਹਿਣਾ ਗਲਤ ਹੈ ਕਿ ਵੀ ਉਹ ਬੰਦਾ ਜਾਣ ਕੇ ਤੁਹਾਨੂੰ ਇੰਡੀਆ ਵਾਲਿਆਂ ਨੂੰ ਅਵੋਇਡ ਕਰਦਾ ਹੈ ਗੱਲ ਕਰਨ ਤੋਂ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦਾ ਕਸੂਰ ਹੈਗਾ, ਇਹ ਤਾਂ ਆਪਣੇ ਦੇਸ਼ ਤੇ ਦੂਸਰੇ ਦੇਸ਼ ਦੇ ਮਾਹੌਲ ਦੇ ਉੱਤੇ ਡਿਪੈਂਡ ਕਰਦਾ। ਵਿਦੇਸ਼ਾਂ ਵਿੱਚ ਪੜ੍ਹਾਈ ਕਰਾਉਣੀ, ਵਿਦੇਸ਼ਾਂ ਵਿੱਚ ਵਿਆਹ ਕਰਾਉਣਾ, ਇਹਨਾਂ ਪਰਿਵਾਰਾਂ ਦੇ ਜਿਹੜੇ ਜਜ਼ਬੇ ਹੁੰਦੇ ਆ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜਿਹੜੇ ਪਰਿਵਾਰ ਹੁੰਦੇ ਆ ਉਹਨਾਂ ਦਾ ਆਪਣਾ ਆਪਣਾ ਸਟੇਟਸ ਹੈ। ਕੋਈ ਫਾਰਮਰ ਫੈਮਿਲੀ ਤੋਂ ਹੁੰਦਾ, ਕੋਈ ਲੇਬਰ ਫੈਮਿਲੀ ਤੋਂ ਹੁੰਦਾ, ਕੋਈ ਮਿਡਲ ਕਲਾਸ ਫੈਮਿਲੀ ਤੋਂ ਹੁੰਦਾ, ਕੋਈ ਅਪਰ ਕਲਾਸ ਫੈਮਿਲੀ ਤੋਂ ਹੁੰਦਾ। ਤੇ ਇਹ ਡਿਪੈਂਡ ਕਰਦਾ ਹੈ ਕਿ ਬਈ ਬੱਚਾ ਜਿਹੜਾ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਦੇਖਣ 'ਚ ਇਹ ਆਇਆ ਹੈ ਕਿ ਜਿੱਦਾਂ ਕੋਈ ਫਾਰਮਰ ਫੈਮਿਲੀ ਦੇ ਬੰਦੇ ਨੇ ਜਾਂ ਕੋਈ ਮਜ਼ਦੂਰ ਬੰਦੇ, ਉਹ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਤਾਂ ਦਿੰਦੇ ਆ, ਚਾਹੇ ਪੜ੍ਹਨ ਵਾਸਤੇ ਚਾਹੇ ਵਿਆਹ ਵਾਸਤੇ। ਬਟ ਕਈ ਵਾਰੀ ਉੱਥੇ ਬੱਚਾ ਸੈਟਲ ਨਹੀਂ ਹੋ ਪਾਉਂਦਾ ਆਪਣੀ ਪੜ੍ਹਾਈ ਦੇ ਵਿੱਚ, ਜਾਂ ਸ਼ਾਦੀ ਦੇ ਵਿੱਚ ਉਹਨੂੰ ਫਰਾਡ ਹੁੰਦਾ ਉੱਥੇ ਉਹਦੇ ਨਾਲ। ਤੇ ਇਸ ਕਰਕੇ ਇੱਦਾਂ ਦੇ ਪਰਿਵਾਰ ਜਿਹੜੇ ਆ ਰੁੱਲ ਜਾਂਦੇ ਨੇ। ਫਰਾਡ ਕਿੱਦਾਂ ਦੇ ਹੁੰਦੇ ਆ? ਫਰਾਡ ਦੇਖੋ ਜੀ, ਜਿੱਦਾਂ ਤੁਸੀਂ ਮੈਰਿਟਲ ਸਟੇਟਸ ਜਾਂ ਫੈਮਿਲੀ ਦੀ ਗੱਲ ਕਰੀਏ, ਤੇ ਕਈ ਲੜਕੇ ਲੜਕੀਆਂ, ਆਪਾਂ ਦੋਵਾਂ ਦੀ ਗੱਲ ਕਰੀਏ, ਕਈ ਜਿਵੇਂ ਕੋਈ ਲੜਕੀ ਹੈ ਜਾਂ ਲੜਕਾ ਬਾਹਰ ਦਾ ਹੈਗਾ, ਤੇ ਉਹ ਗੱਡੀਆਂ ਦੇ ਅੱਗੇ, ਲਗਜ਼ਰੀ ਗੱਡੀਆਂ ਦੇ ਅੱਗੇ, ਭਾਵੇਂ ਉਹ ਟੈਕਸੀਆਂ ਵੀ ਹੋਣ, ਉਹਨਾਂ ਦੇ ਨੰਬਰ ਪਲੇਟਸ ਦੇ ਅੱਗੇ ਖੜੇ ਹੋ ਕੇ ਫੋਟੋਆਂ ਖਿਚਾ ਲੈਂਦੇ ਨੇ। ਵੱਡੀ ਕੰਪਨੀਆਂ ਦੇ ਬਾਹਰ ਖੜੇ ਹੋ ਕੇ ਫੋਟੋਆਂ ਖਿਚਾਉਂਦੇ ਨੇ ਕਿ ਉਹ ਬਾਅਦ 'ਚੋਂ ਕਲੇਮ ਕਰਦੇ ਆ ਕਿ ਜੀ ਆਹ ਸਾਡੇ ਕੋਲ ਗੱਡੀਆਂ, ਆਹ ਸਾਡੀ ਕੰਪਨੀਆਂ ਜਿੱਥੇ ਅਸੀਂ ਕੰਮ ਕਰਦੇ ਹਾਂ, ਅਸੀਂ ਇਸ ਮੈਨੇਜਰ ਲੈਵਲ 'ਤੇ CEO ਲੈਵਲ 'ਤੇ ਹੈਗੇ ਆ। ਬਟ ਉਹ ਝੂਠ ਨਿਕਲਦਾ ਬਾਅਦ ਦੇ ਵਿੱਚ। ਇਸ ਕਰਕੇ ਇੱਥੋਂ ਜਿਹੜੀ ਗਈ ਲੜਕੀ ਆ ਲੜਕਾ, ਉਹਨਾਂ ਧੋਖਾ ਹੁੰਦਾ। ਦੇਖਣ ਨੂੰ ਇਹ ਵੀ ਆਇਆ ਕਿ ਵੱਡੀਆਂ ਕੰਪਨੀਆਂ ਦਾ ਦਿਖਾਵਾ ਦੇ ਕੇ ਕਿ ਉੱਥੇ ਬਹੁਤ ਵੱਡੀ ਪੋਸਟ ਹੈਗੀ ਆ, ਪਰ ਹੁੰਦੇ ਛੋਟੀਆਂ ਪੋਸਟ 'ਤੇ ਚਲੋ ਠੀਕ ਆ, ਮਿਹਨਤ ਕਰਦੇ, ਪਰ ਦਿਖਾਵਾ ਇਹ ਕਰਦੇ ਕਿ ਬਹੁਤ ਵੱਡੀ ਪੋਸਟ 'ਤੇ ਆ। ਆਪਣੀ ਵਰਦੀ ਲਾ ਕੇ ਫਟਾਫਟ ਸਿਵਲ ਵਰਦੀ ਪਾ ਕੇ ਫੋਟੋਆਂ ਕਰਾ ਕੇ ਔਰ 4-5 ਗਵਾਹੀਆਂ ਦਵਾ ਕੇ ਕਿ ਬਹੁਤ ਮੁੰਡੇ ਆ ਜਾਂ ਫਰਾਡ ਜਿਹੜੀ ਕੁੜੀ ਆ, ਫਰਾਡ ਜਿਹੜਾ ਮੁੰਡਾ, ਇਹਦਾ ਬਹੁਤ ਵੱਡਾ ਸਟੇਟਸ ਹੈ ਜੀ, ਉਹ ਫਿਰ ਉਹ ਝਾਂਸੇ 'ਚ ਆ ਜਾਂਦੇ ਪਰਿਵਾਰ। ਇਹ ਸਹੀ ਗੱਲ ਆ? ਹਾਂਜੀ, ਬਿਲਕੁਲ ਠੀਕ ਗੱਲ ਹੈ। ਉਹਦੇ ਵਿੱਚ ਜਿਹੜੀ ਗਲਤੀ ਅਸੀਂ ਸਿਰਫ ਉਹ ਜਿਹੜੇ ਬਾਹਰ NRI ਲੜਕੇ ਲੜਕੀਆਂ ਉਹਨਾਂ ਦੀ ਨਹੀਂ ਕਰ ਸਕਦੇ। ਗਲਤੀ ਜਿਹੜੀ ਪ੍ਰਾਇਮਰੀਲੀ ਹੈ ਸਾਡੀ ਆਪਣੇ ਇੰਡੀਅਨਸ ਦੀ ਵੀ ਹੈ, ਜਿਹੜੇ ਕਿ ਆਪਣੇ ਲੜਕੇ ਲੜਕੀਆਂ, ਬਾਹਰ ਦੇ ਲੜਕੇ ਲੜਕੀਆਂ ਨਾਲ ਵਿਆਹ ਤੋਂ ਪਹਿਲਾਂ ਵੈਰੀਫਾਈ ਨਹੀਂ ਕਰਦੇ, ਉਹਨਾਂ ਦੀ ਬੈਕਗਰਾਊਂਡ ਰੈਫ ਚੈੱਕ ਨਹੀਂ ਕਰਦੇ। ਹਾਲਾਂਕਿ ਜਿਹੜੀਆਂ ਵੀ ਬਾਹਰਲੀ ਕੰਟਰੀਜ਼ ਦੀਆਂ ਅੰਬੈਸੀਜ਼ ਹੈਗੀਆਂ, ਉਹਨਾਂ ਨੇ ਇੱਕ ਸਹੂਲਤ ਦਿੱਤੀ ਹੋਈ ਹੈ ਕਿ ਤੁਸੀਂ ਜਿਹੜੇ ਵੀ ਕਿਸੇ ਦੇ ਬਾਰੇ ਕੋਈ ਜਾਂਚ ਕਰਨੀ ਹੈ, ਤੁਸੀਂ ਕਰੈਕਟਰ ਚੈੱਕ ਕਰਨਾ ਹੈ, ਬੈਕਗਰਾਊਂਡ ਰੈਫ ਚੈੱਕ ਕਰਨਾ ਹੈ, ਤੁਸੀਂ ਉਹਦੇ ਡਿਟੇਲਸ ਭੇਜੋ, ਨੋਮੀਨਲ ਗਵਰਨਮੈਂਟ ਫੀਸ ਪੇ ਕਰੋ, ਅਸੀਂ ਤੁਹਾਨੂੰ ਉਹਦਾ ਵੇਰਵਾ ਦੇਵਾਂਗੇ। ਤੇ ਉਹ ਅਸੀਂ ਆਪਣੀ ਹੀ ਗਲਤੀਆਂ ਕਰਕੇ, ਅਸੀਂ ਲਾਲਚ ਕਰਕੇ ਕਿ ਜਲਦੀ ਆਪਣੀ ਕੁੜੀ ਸਾਡੀ, ਲੜਕਾ ਸਾਡਾ ਬਾਹਰ ਚਲੇ ਜਾਏ, ਅਸੀਂ ਉਹ ਜਿਹੜੀਆਂ ਫਾਰਮੈਲਿਟੀਆਂ ਨਹੀਂ ਪੂਰੀਆਂ ਕਰਦੇ, ਜਿਹਦੇ ਕਰਕੇ ਸਾਡੇ ਜਿਹੜੇ ਬੱਚੇ ਨੇ ਉੱਥੇ ਜਾ ਕੇ ਧੋਖਾ ਖਾਂਦੇ ਨੇ। ਸਰ, ਪਰਿਵਾਰ ਵੀ ਆਪਣੀ ਪ੍ਰੈਸਟੀਜ ਦਿਖਾਉਣ ਵਾਸਤੇ ਕਿ ਹਾਂ ਵੀ ਸਾਡਾ ਬੱਚਾ ਬਹੁਤ ਵਧੀਆ ਬਾਹਰ ਸੈੱਟ ਹੈਗਾ ਆ,
ਪਰ ਹੁੰਦਾ ਨਹੀਂ ਕਈਆਂ ਦੇ, ਠੀਕ ਹੈ। ਮੋਸਟਲੀ ਕੀ ਹੁੰਦਾ ਹੈ ਕਿ ਇੱਥੋਂ ਹੀ ਪਰਿਵਾਰ ਆਪਣੇ ਬੱਚਿਆਂ ਨੂੰ ਇੱਥੋਂ ਇੰਡੀਆ ਕਰੰਸੀ ਤੇ ਭੇਜਦੇ ਆ ਤੇ ਆਸੇ-ਪਾਸੇ ਰੌਲਾ ਪਾਉਂਦੇ ਬੱਚਾ ਬਹੁਤ ਬਾਹਰ ਸੈੱਟ ਆ, ਫਿਰ ਮੈਸੇਜ ਕੀ ਜਾਂਦਾ ਇਹਦਾ? ਦੇਖੋ ਇਹ ਨਾ ਇੱਕ ਇੰਡੀਅਨ ਮੈਂਟੈਲਿਟੀ ਹੈ, ਇਹਨੂੰ ਸਟਿਗਮਾ ਕਹਿ ਲਓ ਜਾਂ ਮਿਥ ਕਹਿ ਲਓ ਕਿ ਸਾਨੂੰ ਲੋਕਾਂ ਨੂੰ ਇੰਡੀਆ ਨਹੀਂ ਕੋਈ ਵੀ ਗਰੀਬ ਦੇਸ਼ ਹੋਰ ਵੀ ਹੈ, ਕੋਈ ਫੈਮਿਲੀ ਸੈਟਰ ਹੈ, ਸਾਨੂੰ ਲੋਕਾਂ ਨੂੰ ਦਿਖਾਵਾ ਕਰਨ ਦੀ ਬਹੁਤ ਆਦਤ ਹੁੰਦੀ ਹੈ ਕਿ ਵੀ ਸਾਡੇ ਗੁਆਂਢ ਦੇ ਵਿੱਚ ਉਹਦਾ ਬੱਚਾ ਉੱਥੇ ਇਹੀ ਕੰਮ ਕਰ ਰਿਹਾ, ਭਾਵੇਂ ਉਹ ਵੀ ਨਾ ਕਰਦਾ ਹੋਵੇ। ਅਸੀਂ ਕੁਝ ਸਟੇਟਸਿਸ ਤੋਂ, ਸੋਸ਼ਲ ਫਾਈਨੈਂਸ਼ੀਅਲ ਬਿਊਰੋਕ੍ਰੈਟਿਕ ਸਟੇਟਸਿਸ ਤੋਂ ਇੰਪ੍ਰੈਸ ਹੋ ਕੇ ਅਸੀਂ ਆਪਣੀ ਫਾਈਨੈਂਸ਼ੀਅਲ ਸਟੇਟਸ ਦੇ ਹਿਸਾਬ ਨੂੰ ਅਸੀਂ ਉਹਨੂੰ ਵੱਧ ਚੜਾ ਕੇ ਦੱਸਣ ਲਈ, ਜਾਂ ਸਾਡਾ ਮੁੰਡਾ ਜਾਂ ਲੜਕੀ ਉੱਥੇ ਬਹੁਤ ਵਧੀਆ ਕਰ ਰਹੀ ਹੈ, ਅਸੀਂ ਉਹਨਾਂ ਨੂੰ ਫੰਡ ਕਰਦੇ ਰਹਿੰਦੇ ਹਾਂ ਆਪਣੀ ਸਟੇਟਸ ਤੋਂ ਬਾਹਰ ਹੋ ਕੇ, ਜਿਹਦੇ ਕਰਕੇ ਅਸੀਂ ਲੋਨ ਲੈਂਦੇ ਹਾਂ। ਬਾਅਦ 'ਚੋਂ ਅਸੀਂ ਤੰਗ ਹੁੰਦੇ ਹਾਂ। ਸਿਰਫ ਦੁਨੀਆ ਨੂੰ ਖੁਸ਼ ਕਰਨ ਵਾਸਤੇ ਅਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਵਿਗਾੜਦੇ ਵੀ ਹਾਂ ਤੇ ਤੰਗ ਵੀ ਕਰਦੇ ਹਾਂ। ਇਸ ਮੁੱਦੇ ਵਾਸਤੇ ਤੁਸੀਂ ਕੋਈ ਸਰਕਾਰਾਂ ਨੂੰ ਕੁਝ ਲਿਖਿਆ, ਇੰਡੀਆ ਆਊਟ ਆਫ ਇੰਡੀਆ ਦੀ ਸਰਕਾਰਾਂ ਨੂੰ? ਮੈਂ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਰੀਸੈਂਟਲੀ 3-4 ਮਹੀਨੇ ਪਹਿਲਾਂ ਮੈਂ ਸਾਰੀ ਕੰਟਰੀਜ਼ ਨੂੰ ਲਿਖਿਆ ਹੈ, ਭਾਵੇਂ ਉਹ ਇੰਡੀਆ ਦੀ ਹੈ, ਭਾਵੇਂ ਕੈਨੇਡਾ, ਭਾਵੇਂ ਆਸਟ੍ਰੇਲੀਆ, ਭਾਵੇਂ US, ਕਿ ਜਦੋਂ ਵੀ ਤੁਸੀਂ ਕਿਸੇ ਨੂੰ ਸਟੂਡੈਂਟ ਵੀਜ਼ਾ, ਪ੍ਰੋਫੈਸ਼ਨਲ ਵੀਜ਼ਾ, ਟੂਰਿਸਟ ਵੀਜ਼ਾ ਦਿੰਦੇ ਹੋ, ਜਿਹੜੇ ਵੀ ਬਾਹਰੋਂ ਬੱਚੇ ਜਾਂ ਕਪਲਸ ਜਾਂ ਕੋਈ ਵੀ ਇੰਡੀਵਿਜੂਅਲ ਆਉਂਦਾ ਹੈ, ਉਹਨਾਂ ਦੀ ਮੋਨੀਟਰਿੰਗ ਕੀਤੀ ਜਾਵੇ ਬੜੀ ਸਟ੍ਰਿਕਟਲੀ ਕਿ ਵੀ ਜਿਹੜਾ ਬੰਦਾ ਬੱਚਾ ਕੋਈ ਸਟਰੀਮ ਦੇ ਬਿਹਾਫ ਦੇ ਉੱਤੇ ਉਹਦੀ ਇੰਸ਼ੋਰੈਂਸ ਦੇ ਕੇ ਆਇਆ ਹੈ, ਕਿ ਉਹ ਬੱਚਾ ਇੱਥੇ ਉਹੀ ਪੜ੍ਹਾਈ ਕਰ ਰਿਹਾ ਹੈ ਔਰ ਉਹ ਪੜ੍ਹਾਈ ਕਰਨ ਤੋਂ ਬਾਅਦ, ਡਿਗਰੀ ਜਾਂ ਡਿਪਲੋਮਾ ਲੈਣ ਤੋਂ ਬਾਅਦ ਉਸੇ ਪ੍ਰੋਫੈਸ਼ਨ 'ਚ ਹੀ ਗਿਆ ਹੈ, ਨਾ ਕਿ ਪੜ੍ਹਾਈ ਵਿੱਚੋਂ ਛੱਡ ਕੇ ਜਾਂ ਪ੍ਰੋਫੈਸ਼ਨ ਚੇਂਜ ਕਰਕੇ ਹੋਟਲਾਂ ਦੇ ਵਿੱਚ, ਪੈਟਰੋਲ ਪੰਪਸ ਦੇ ਵਿੱਚ ਮਜ਼ਦੂਰੀ ਕਰ ਰਿਹਾ ਹੈ। ਤੇ ਇਹਦੇ ਨਾਲ ਕੀ ਹੋਏਗਾ ਕਿ ਸਰਕਾਰਾਂ ਜਿਹੜੀਆਂ ਹੈਗੀਆਂ, ਜਿਹੜੇ ਸਾਡੇ ਇੰਡੀਅਨਸ ਦੇ ਉੱਤੇ ਗਏ ਪੈਸਾ ਇਨਵੈਸਟ ਕਰਦੀ ਹੈ, ਭਾਵੇਂ ਉਹ ਮੈਡੀਕਲ ਇੰਸ਼ੋਰੈਂਸ ਹੈ, ਭਾਵੇਂ ਰੋਡ ਟੈਕਸ ਫ੍ਰੀ ਫੈਸਿਲਿਟੀਜ਼ ਹੈਗੀਆਂ, ਕੁਝ ਵੀ ਹੈ, ਤੇ ਉਹਦਾ ਜਿਹੜਾ ਹੈ ਬਾਹਰਲੇ ਦੇਸ਼ਾਂ ਦੀ ਸਰਕਾਰਾਂ ਨੂੰ ਵੀ ਇਕੁਅਲ ਰਿਕਵਰੀ ਹੋਵੇ। ਜਿਸ ਸਕਿੱਲਸ ਦੇ ਉੱਤੇ ਲੋਕ ਗਏ ਨੇ, ਜਿਸ ਕਮਿਟਮੈਂਟ ਉੱਤੇ ਗਏ ਨੇ, ਉਹ ਉਸੇ ਕਮਿਟਮੈਂਟ ਨੂੰ ਉੱਥੇ ਨਿਭਾਉਣ, ਪ੍ਰੋਪਰ ਉੱਥੇ ਇਨਕਮ ਟੈਕਸ ਪੇ ਕਰਨ, ਉਹੀ ਉਹਨਾਂ ਨੂੰ ਰਿਟਰਨ ਆਵੇ ਤੇ ਉਹਨਾਂ ਦਾ ਫਿਊਚਰ ਸਿਕਿਉਰ ਹੋਵੇ। ਸਰ, ਸਾਡੇ NRI ਪੰਜਾਬੀਆਂ ਨੇ ਬਹੁਤ ਹੀ ਦਿਨ ਰਾਤ ਮਿਹਨਤ ਕਰਕੇ ਸਾਡੇ ਪੰਜਾਬ ਨੂੰ ਪ੍ਰੋਗਰੈਸ ਦੀ, ਤਰੱਕੀ ਦੀ ਰਾਹ 'ਤੇ ਲੈ ਕੇ ਆਏ ਆ, ਪਰ ਕੁਝ ਜਿਹੜੇ ਲਾਲਚੀ ਆ, ਜਿਹੜੇ ਅੱਜ ਕੱਲ੍ਹ ਚੱਲਦਾ ਪਿਆ ਟਰੈਂਡ, ਹੁਣ ਤੁਸੀਂ ਆਪਾਂ ਸਾਰਿਆਂ ਨੂੰ NRIs ਨੂੰ ਗਲਤ ਨਹੀਂ ਕਹਿ ਸਕਦੇ, ਹੁਣ ਲਾਸਟ ਵਿੱਚ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ? ਦੇਖੋ, ਮੇਰਾ ਸੁਝਾਅ ਸਾਰੇ ਭਾਰਤੀਆਂ ਨੂੰ, ਸਾਰੇ ਬਾਹਰ NRIs ਨੂੰ ਤਾਂ ਆਪਾਂ ਦੇ ਨਹੀਂ ਸਕਦੇ ਕਿਉਂਕਿ ਉਹ ਵਸ ਚੁੱਕੇ ਨੇ ਉੱਥੇ, ਜਿਹੜੇ ਸੈਟਲਡ ਨੇ, ਔਰ ਮੇਰੇ ਖਾਸ ਕਰਕੇ ਆਪਣੇ ਭਾਰਤੀ ਦੇਸ਼ ਵਾਸੀਆਂ ਨੂੰ ਇਹ ਸੁਝਾਅ ਹੈਗਾ ਕਿ ਭਾਵੇਂ ਪੜ੍ਹਾਈ ਹੋਵੇ, ਭਾਵੇਂ ਉੱਥੇ ਪ੍ਰੋਫੈਸ਼ਨ ਹੋਵੇ ਬਾਹਰਲੇ ਦੇਸ਼ਾਂ 'ਚ, ਭਾਵੇਂ ਉੱਥੇ ਆਪਣਾ ਪਰਿਵਾਰਿਕ ਜ਼ਿੰਦਗੀ ਸ਼ੁਰੂ ਕਰਨੀ ਹੋਵੇ, ਅਸੀਂ ਆਪਣੇ ਇੰਡੀਵਿਜੂਅਲ ਕੰਡਕਟ ਨੂੰ, ਆਪਣੀ ਕਾਬਲੀਅਤ ਨੂੰ ਅਸੀਂ ਪਰਖੀਏ। ਪਹਿਲਾਂ ਸਾਨੂੰ ਹਰ ਕਿਸੇ ਨੂੰ ਪਤਾ ਹੁੰਦਾ ਕਿ ਅਸੀਂ ਕਿਸ ਕਾਬਿਲ ਹੈਗੇ ਹਾਂ, ਜਿੰਨਾ ਸਾਡਾ ਮੈਂਟਲ ਐਬਿਲਿਟੀ ਹੈਗੀ ਹੈ ਉਹਨੂੰ ਜਾਂਚਦੇ ਹੋਏ ਅਸੀਂ ਉਹ ਸਟਰੀਮ ਫੜੀਏ, ਬਾਹਰ ਜਾਣ ਵਾਸਤੇ ਉਹੀ ਪੜ੍ਹਾਈ ਕਰੀਏ, ਜਿਹਦੇ ਵਿੱਚ ਜਾ ਕੇ ਅੱਗੇ ਜਾ ਕੇ ਸਾਡੇ ਉਹ ਇੱਕ ਤਾਂ ਸਕਸੈਸਫੁਲੀ ਡਿਪਲੋਮਾ ਡਿਗਰੀ ਖਤਮ ਹੋਵੇ, ਕਿਉਂਕਿ ਸਾਡੇ ਜਿਹੜੇ ਘਰ ਦੇ ਹੈਗੇ ਆ ਆਪਣੀ ਕਈ ਮੁਸ਼ਕਿਲਾਂ ਦੇ ਨਾਲ ਪੈਸਾ ਇਕੱਠਾ ਕਰਕੇ ਸਾਨੂੰ ਭੇਜਦੇ ਆ, ਅਸੀਂ ਉਹਨਾਂ ਦਾ ਵੀ ਵਿਸ਼ਵਾਸ ਰੱਖਣਾ। ਤੇ ਜਿਹੜੇ ਇੱਥੋਂ ਵਿਆਹ ਕਰਾ ਕੇ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਔਰ ਉਹਨਾਂ ਲੜਕੇ ਲੜਕੀਆਂ ਵਾਸਤੇ ਇਹੀ ਸੁਝਾਅ ਹੈਗਾ ਕਿ ਕਿਸੇ ਵੀ ਬਾਹਰੋਂ ਆਏ NRI, ਚਾਹੇ ਉਹ ਲੜਕਾ ਹੈ, ਚਾਹੇ ਲੜਕੀ ਹੈ, ਚਾਹੇ ਉਹਦਾ ਪਰਿਵਾਰ ਹੈ, ਉਹਨਾਂ ਦੀ ਕਿਸੇ ਸਿਰਫ ਇੱਕ ਵਿਚੋਲੇ ਦੇ ਕਹਿਣ 'ਤੇ ਜਾਂ ਆਪਣੇ ਰਿਸ਼ਤੇਦਾਰ ਦੇ ਕਹਿਣ 'ਤੇ ਵਿਸ਼ਵਾਸ ਕਰਨ 'ਤੇ ਉਹਨਾਂ ਨਾਲ ਵਿਆਹ ਨਾ ਜਲਦੀ ਤੋਂ ਜਲਦੀ ਕੀਤਾ ਜਾਵੇ। ਪਹਿਲਾਂ ਆਪਣਾ ਸਮਾਂ ਲੈ ਕੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ। ਵੈਰੀਫਿਕੇਸ਼ਨ ਜਿੰਨੀ ਦੇਰ ਤੱਕ ਸਰਕਾਰੀ ਸੂਤਰਾਂ ਦੇ ਥਰੂ ਨਹੀਂ ਹੁੰਦੀ, ਉਨੀ ਦੇਰ ਤੱਕ ਉਹਨੂੰ ਵੈਰੀਫਿਕੇਸ਼ਨ ਜਿਹੜੀ ਵੈਲਿਡ ਨਾ ਸਮਝੀ ਜਾਵੇ। ਇੱਕ ਲਾਸਟ ਵਿੱਚ ਚੰਦ ਸ਼ਬਦਾਂ ਵਿੱਚ, IELTS ਸੈਂਟਰ ਜਿਹੜੇ ਖੁੱਲ੍ਹੇ ਆ ਉਹ ਸਿਰਫ ਪੜ੍ਹਾਉਂਦੇ ਪਏ ਆ, ਬੱਚੇ ਬਾਹਰ ਭੇਜਦੇ ਪਏ ਆ, ਪਰ ਇਹਨੂੰ ਮਿਸਯੂਜ਼ ਕੀਤਾ ਜਾ ਰਿਹਾ, ਇਹ ਬਾਹਰਲੀਆਂ ਸਰਕਾਰਾਂ ਨੂੰ ਪਤਾ ਲੱਗ ਚੁੱਕਾ ਹੈ। ਹਾਂਜੀ, ਇਹ ਗੱਲ ਠੀਕ ਹੈ। ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕੈਟੇਗਰੀਜ਼ ਆ, ਇੱਕ ਤਾਂ ਹੈਗੇ ਨੇ ਲਾਇਸੈਂਸਡ IELTS ਸੈਂਟਰਸ, ਇੱਕ ਹੈਗੇ ਨੇ ਇਲੀਗਲ IELTS ਸੈਂਟਰਸ। ਉਹਦੇ ਵਿੱਚ ਫਿਰ ਇਹੀ ਗੱਲ ਆ ਜਾਂਦੀ ਹੈ ਕਿ ਕਿਸੇ ਅਸੀਂ ਇੰਸਟੀਚਿਊਟ ਦੇ ਥਰੂ ਆਪਾਂ ਕੋਈ ਪੜ੍ਹਾਈ ਕਰਨ ਜਾਂਦੇ ਹਾਂ, ਉਹਦੀ ਜਿਹੜੀ ਮਾਨਤਾ ਹੈਗੀ, ਸਰਟੀਫਿਕੇਸ਼ਨ ਹੈ, ਉਹ ਵੈਲਿਡ ਹੈ ਕਿ ਨਹੀਂ, ਉਹ ਪਹਿਲਾਂ ਚੈੱਕ ਕਰ ਲੈਣੀ ਚਾਹੀਦੀ ਹੈ, ਕਿਉਂਕਿ IELTS ਇੰਸਟੀਚਿਊਟ ਜਿਹੜੇ ਕਈ ਹੈਗੇ ਨੇ ਉਹ ਇੱਕ ਪਰਟੀਕੂਲਰ ਟੈਨਿਓਰ ਦੀ ਫੀਸ ਲੈ ਲੈਂਦੇ ਆ, ਉਹਨਾਂ ਦਾ ਕੰਮ ਤੁਹਾਨੂੰ ਪੜ੍ਹਾਉਣਾ। ਕਈ ਵਾਰੀ ਇਹੀ ਲੋਕ ਕਮਿਟ ਕਰ ਦਿੰਦੇ ਕਿ ਅਸੀਂ ਤੁਹਾਨੂੰ ਜੌਬ ਵੀ ਦੇਵਾਂਗੇ, ਤੇ ਉਹ ਜਿਹੜੀ ਉਹਦੀ ਆਥੈਂਟੀਕੇਸ਼ਨ ਹੈਗੀ ਕਿ ਕੀ ਇਹ ਕੁਝ ਸਾਰੇ ਹੀ IELTS ਜਿਹੜੇ ਇੰਸਟੀਚਿਊਟਸ ਨੇ ਉਹ ਪ੍ਰਮਾਣਤਾ ਉਹਨਾਂ ਕੋਲ ਹੈਗੀ ਹੈ ਕਮਿਟਮੈਂਟ ਕਰਨ ਦੀ ਔਰ ਇਹ ਪੜ੍ਹਾਈ ਦੇਣ ਦੀ। ਕਈ ਵਾਰੀ ਕੀ ਹੁੰਦਾ ਕਿ ਬਾਹਰ ਜਾ ਕੇ ਸਕਰੂਟਨੀ ਹੁੰਦੀ ਹੈ ਦੇਸ਼ਾਂ 'ਚ, ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਤੁਸੀਂ ਕੋਰਸ ਕਰਕੇ ਆਏ ਜਾਂ ਕੁਛ ਹੈ ਇਹ ਤਾਂ ਵੈਲਿਡ ਨਹੀਂ ਹੈ। ਜ਼ਿਆਦਾਤਰ ਨਹੀਂ ਹੁੰਦਾ ਕਿਉਂਕਿ IELTS ਸਰਟੀਫਿਕੇਸ਼ਨ ਨੂੰ ਵੈਰੀਫਾਈ ਕਰਕੇ ਹੀ ਵੀਜ਼ਾਸ ਮਿਲਦੇ ਨੇ, ਬਟ ਉਹ ਗੱਲ ਠੀਕ ਹੈ ਕਿ ਵੀ ਕਾਫੀ ਲੋਕ ਜਿਹੜੇ ਨੇ ਅਨਡਿਸਕਲੋਜ਼ਡ ਸੈਂਟਰਸ ਚਲਾ ਰਹੇ ਨੇ ਜਿਹੜੇ ਕਿ ਸਰਟੀਫਾਈਡ ਵੀ ਨਹੀਂ ਹੁੰਦੇ। ਇੰਡੀਆ ਵਿੱਚ ਬੇਰੁਜ਼ਗਾਰੀ ਬਹੁਤ ਵੱਧ ਚੁੱਕੀ, ਯੂਥ ਨੂੰ ਬਾਹਰ ਜਾਣਾ ਪੈ ਰਿਹਾ।
ਲਾਸਟ ਵਿੱਚ ਤੁਸੀਂ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹ ਵੀ ਤਾਂ ਆਪਣੇ ਆਪ ਨੂੰ ਸੁਧਾਰਨ ਕਿ ਹਾਂ ਵੀ ਸਾਡਾ ਯੂਥ ਬਾਹਰ ਜਾ ਰਿਹਾ, ਕਿਉਂ ਜਾ ਰਿਹਾ, ਹੈ ਨਾ, ਧੱਕੇ ਖਾ ਰਿਹਾ ਪੈਸੇ ਲਗਾ ਕੇ। ਦੇਖੋ ਆ ਜਿਹੜਾ 1.5 ਸਾਲ ਤੋਂ ਕਰੋਨਾ ਦਾ ਟਾਈਮ ਚੱਲਦਾ ਆ ਰਿਹਾ ਹੈ ਔਰ ਕਾਫੀ ਲੋਕਾਂ ਕੋਲ ਬਾਹਰ ਜਾਣ ਵਾਸਤੇ ਪੈਸਾ ਵੀ ਨਹੀਂ ਹੈਗਾ, ਬਿਜ਼ਨਸ ਕਾਫੀ ਦੇਰ ਤੋਂ ਬੰਦ ਹੈ। ਦੂਜੀ ਗੱਲ ਇਹ ਮੈਡੀਕਲ ਫੈਸਿਲਿਟੀਜ਼, ਫਾਰਮਾ ਸੈਕਟਰ, ਡਿਫੈਂਸ ਔਰ ਆਈਟੀ ਨੂੰ ਦੇਖਦੇ ਹੋਏ ਇਹ ਇੰਡੀਅਨ ਗਵਰਨਮੈਂਟ ਔਰ ਸਟੇਟਸ ਨੂੰ ਸਮਝ ਆ ਗਈ ਹੈ ਕਿ ਅਸੀਂ ਹੁਣ ਦੂਸਰੇ ਦੇਸ਼ਾਂ ਦੇ ਉੱਤੇ ਡਿਪੈਂਡ ਨਹੀਂ ਕਰ ਸਕਦੇ। ਇਸ ਕਰਕੇ ਮੇਰੀ ਨੌਲੇਜ ਤੱਕ ਜਿੱਥੇ ਹੈਗਾ ਜਿਹੜੀ ਮੌਜੂਦਾ ਸਰਕਾਰਾਂ ਹੈਗੀਆਂ ਉਹਨਾਂ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਡਿਫੈਂਸ ਨੂੰ ਲੈ ਕੇ, ਆਈਟੀ ਨੂੰ ਲੈ ਕੇ, ਫਾਰਮਾ ਨੂੰ ਲੈ ਕੇ ਆਪਣਾ ਸੈਕਟਰ ਸਟਰੋਂਗ ਕਰੀਏ, ਜਿਹਦੇ ਕਰਕੇ ਸਾਨੂੰ ਰॉ ਮਟੀਰੀਅਲ ਨੂੰ ਲੈ ਕੇ, ਸਪਲਾਈਜ਼ ਨੂੰ ਲੈ ਕੇ ਦੂਸਰੇ ਦੇਸ਼ਾਂ ਦੇ ਉੱਤੇ ਡਿਪੈਂਡ ਨਾ ਹੋਣਾ ਪਵੇ। ਸੇ ਇਸ ਕਰਕੇ ਯੂਥ ਨੂੰ ਇਹ ਜ਼ਰੂਰੀ ਹੈ, ਉਹਨਾਂ ਦੇ ਪੇਰੈਂਟਸ ਨੂੰ ਵੀ ਜਿਹੜੇ ਪੜ੍ਹ ਰਹੇ ਨੇ, ਕਿ ਟਾਈਮ ਟੂ ਟਾਈਮ ਸਰਚ ਕਰਦੇ ਰਹਿਣ ਗਵਰਨਮੈਂਟ ਦੀਆਂ ਜਿਹੜੀਆਂ ਵੱਖਰੀਆਂ ਸਕੀਮਸ ਹੈਗੀਆਂ ਕਿ ਸਾਡੀ ਇੰਡੀਆ ਦੇ ਵਿੱਚ ਕੀ ਓਪਰਚੁਨਿਟੀਜ਼ ਪੈਦਾ ਕੀਤੀਆਂ ਗਈਆਂ ਨੇ ਬਾਹਰਲੇ ਦੇਸ਼ਾਂ ਨੂੰ ਪ੍ਰੈਫਰ ਕਰਨ ਤੋਂ ਪਹਿਲਾਂ। ਕਿਉਂਕਿ ਸਾਡਾ ਇਹ ਹੈ ਕਿ ਸ਼ੀਪ ਵਾਕ ਹੈਗੀ ਹੈ, ਇੱਕ ਭੇਡ ਚਾਲ ਹੈ ਕਿ ਗੁਆਂਢੀਆਂ ਦਾ ਬੱਚਾ ਗਿਆ ਚਲੋ ਅਸੀਂ ਵੀ ਬਾਹਰ ਹੀ ਜਾਣਾ, ਬਟ ਉਹ ਇਹ ਨਹੀਂ ਦੇਖਦੇ ਕਿ ਵੀ ਅਸੀਂ ਇੱਥੇ ਦੀ ਓਪਰਚੁਨਿਟੀਜ਼ ਨੂੰ ਵੀ ਜਿਹੜਾ ਹੈ ਉਹ ਐਕਸਪਲੋਰ ਕਰੀਏ। ਕਿਉਂਕਿ ਇੰਡੀਆ ਦਾ ਪੈਸਾ ਜਿਹੜਾ ਕਮਾਇਆ ਹੈਗਾ ਘੰਟਿਆਂ ਦੇ ਹਿਸਾਬ ਨਾਲ, ਮਹੀਨਿਆਂ ਦੇ ਹਿਸਾਬ ਨਾਲ, ਉਹ ਜਿਹੜਾ ਹੈ ਸਾਨੂੰ ਪੂਰਾ ਪ੍ਰੋਫਿਟ ਦਿੰਦਾ ਹੈ, ਨਾ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾ ਕੇ, ਕਿਉਂਕਿ ਮਹਿੰਗਾਈ ਹੈਗੀ ਹੈ। ਸੋ ਇਸ ਕਰਕੇ ਸਰਕਾਰਾਂ ਦਾ ਸਿਰਫ ਇਹ ਰਿਸਪੌਂਸਿਬਿਲਿਟੀ ਨਹੀਂ ਬਣਦੀ, ਆਪਣੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਸਿਵਿਲੀਅਨਸ ਦੀ ਕਿ ਉਹ ਬਾਹਰ ਜਾਣ ਤੋਂ ਪਹਿਲਾਂ ਜਿਹੜੀ ਆਪਣੇ ਦੇਸ਼ ਦੇ ਵਿੱਚ ਓਪਰਚੁਨਿਟੀਜ਼ ਹੈ ਉਹਨੂੰ ਪਹਿਲਾਂ ਐਕਸਪਲੋਰ ਕਰਨ। ਜੀ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਵਾਲੀਆ ਜੀ ਦੇ ਵਿਚਾਰ ਸੁਣੇ ਆ ਕਿ ਕਿੰਨਾ ਕੁਛ ਇਹਨਾਂ ਨੇ ਦੱਸਿਆਗਾ। ਅਸੀਂ ਇਹੀ ਰਿਕੁਐਸਟ ਕਰਦੇ ਹਾਂ ਕਿ ਸਾਡੇ NRIs ਨੇ ਬਹੁਤ ਮਿਹਨਤ ਕਰਕੇ ਆਪਣਾ ਨਾਮ ਬਣਾਇਆ, ਸਾਡੇ ਪੰਜਾਬ ਨੂੰ ਅੱਗੇ ਵਧਾਇਆ, ਪਰ ਹੁਣ ਕੁਛ ਜਿਹੜੇ ਗਲਤ ਅਨਸਰ ਬਾਹਰ ਜਾ ਰਹੇ ਨੇ ਤੇ ਇਹ ਛਵੀ ਨਾ ਖਰਾਬ ਕਰਨ। ਮੈਂ ਸੌਰਵ ਮੜੀਆ, ਐਕਟ 19 ਨਿਊਜ਼ TV ਨਾਲ ਮਨਜੀਤ ਕੌਰ, ਕਪੂਰਥਲਾ।